ਅੱਜ ਮੈਂ ਇੱਕ ਓਪਨ ਚਿੱਠੀ ਲਿਖੀ ਆ ਆਨਰੇਬਲ ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ। ਉਹਨਾਂ ਨੇ ਜਿਹੜੀ ਉਹ ਗੁਟਕਾ ਸਾਹਿਬ ਫੜ ਕੇ 4 ਹਫ਼ਤਿਆਂ 'ਚ ਨਸ਼ੇ ਖਤਮ ਦੀ ਸਹੁੰ ਖਾਧੀ ਸੀਗੀ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ, ਉਹਨਾਂ ਦੀ ਸਹੁੰ ਯਾਦ ਕਰਾਉਣ ਵਾਸਤੇ ਅੱਜ ਉਹਨਾਂ ਨੂੰ ਚਿੱਠੀ ਲਿਖੀ ਆ। ਕਿਉਂਕਿ ਸਹੁੰ ਕੀ ਸੀਗੀ? ਸਹੁੰ ਸੀਗੀ ਕਿ ਮੈਂ ਪੰਜਾਬ ਦੇ ਜਿੰਨਾ ਨਸ਼ੇ ਦਾ ਨੈਟਵਰਕ ਹੈ ਉਸ ਨੂੰ ਤੋੜੂੰਗਾ, ਤਾਕਤਵਰ ਨਸ਼ੇ ਦੇ ਮਾਫੀਆ ਨੂੰ ਫੜੂੰਗਾ ਔਰ ਪੰਜਾਬ 'ਚ 4 ਹਫ਼ਤਿਆਂ 'ਚ ਨਸ਼ਾ ਮੁਕਤ ਪੰਜਾਬ ਕਰ ਦਾਂਗੇ। ਲੇਕਿਨ ਅੱਜ 1 ਸਾਲ ਤੋਂ ਵੱਧ ਬੀਤ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੀ ਉਸ ਸਹੁੰ 'ਤੇ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਉਲਟਾ ਫੜਨਾ ਦਾ ਕੀ ਸੀਗਾ? ਜਿਹੜੇ ਨਸ਼ੇ ਦੇ ਨਾਲ ਕਨੈਕਟਡ ਤਾਕਤਵਰ ਪੋਲੀਟੀਕਲ ਮਾਫੀਆ ਸੀ ਤੇ ਪੁਲਿਸ ਆਫਸਰ ਸੀਗੇ, ਉਹਨਾਂ ਨੂੰ ਫੜਨਾ ਤਾਂ ਕੀ ਸੀਗਾ? ਉਹਨਾਂ ਨੂੰ ਬਚਾਉਣ ਤੇ ਉਲਟਾ ਆ ਗਏ ਨੇ। ਪੂਰਾ ਜਿਹਨੂੰ ਕਹਿੰਦੇ ਕਿ 360 ਡਿਗਰੀ ਦਾ ਚੱਕਰ ਲੈ ਕੇ ਤੇ ਨਸ਼ੇ ਦੇ ਇਨਵੋਲਵਮੈਂਟ ਵਾਲੇ ਤਾਕਤਵਰ ਲੋਕ, ਛੋਟਿਆਂ ਨੂੰ ਤਾਂ ਕੀ ਕਹਿਣਾ ਸੀਗਾ, ਉਹਨਾਂ ਨੂੰ ਅਮਰਿੰਦਰ ਸਿੰਘ ਜੀ ਬਚਾਉਣ ਤੇ ਆ ਗਏ ਨੇ। ਜੇ ਤੁਸੀਂ ਕਹੋ ਕਿ ਨਸ਼ਾ ਜਿਹੜੇ ਵਿਚਾਰੇ ਪੈਟੀ ਸਮਗਲਰਸ ਜਾਂ ਪੈਟੀ ਐਡਿਕਟਸ ਨੇ, ਜਿਹੜੇ ਗ੍ਰਾਮ 2-2 ਗ੍ਰਾਮ, ਜਿਹੜੇ ਲਾਚਾਰ ਮਜਬੂਰ ਬੇਬਸ, ਜਿਨ੍ਹਾਂ ਨੂੰ ਕੋਈ ਨੌਕਰੀਆਂ ਨਹੀਂ, ਕੋਈ ਭਵਿੱਖ ਨਹੀਂਗਾ, ਉਹ ਹਜ਼ਾਰਾਂ ਬੰਦੇ ਇਹਨਾਂ ਨੇ ਜੇਲ੍ਹਾਂ ਵਿੱਚ ਡੱਕ ਦਿੱਤੇ ਨੇ। ਇਹ ਤਾਂ ਕੰਮ ਸੁਖਬੀਰ ਸਿੰਘ ਬਾਦਲ ਵੀ ਕਰ ਗਿਆ ਸੀ 10 ਸਾਲ ਪਹਿਲਾਂ। ਕੀ ਉਹਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਖਤਮ ਹੋਇਆ ਸੀਗਾ? ਜਦ ਤੱਕ ਤੁਸੀਂ ਤਾਕਤਵਰ ਲੋਕਾਂ ਨੂੰ ਜਿਹੜੇ ਵੱਡੇ ਇਨਵੋਲਵਮੈਂਟ ਹੈ ਜਿਨ੍ਹਾਂ ਲੋਕਾਂ ਦੀ, ਉਹਨਾਂ ਨੂੰ ਤੁਸੀਂ ਨਹੀਂ ਫੜਦੇ ਤਾਂ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਨਹੀਂ ਹੋ ਸਕਦੀ। ਔਰ ਇਹਦਾ ਤਾਜ਼ੀ ਮਿਸਾਲ ਮੈਂ ਦਿੱਤੀ ਆ ਜਿਹੜੀ STF, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਚੁਣ ਕੇ ਅਫਸਰ ਲਾਇਆ ਸੀ ਹਰਪ੍ਰੀਤ ਸਿੰਘ ਸਿੱਧੂ, ਔਰ ਉਹਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਉਹਨਾਂ ਦੀ ਰਿਪੋਰਟ ਫਾਈਲ ਹੋਈ ਆ ਹਾਈ ਕੋਰਟ ਵਿੱਚ, ਤੁਸੀਂ ਸਾਰੇ ਜਾਣਦੇ ਹੋ। ਉਸ ਰਿਪੋਰਟ ਨੂੰ ਨਵਜੋਤ ਸਿੰਘ ਸਿੱਧੂ ਨੇ ਵੀ ਪਬਲਿਕ ਕੀਤਾ ਔਰ ਪਿਛਲੇ ਦਿਨਾਂ ਦੇ ਵਿੱਚ 2 ਮੀਡੀਆ ਦੇ ਵੱਡੇ ਚੈਨਲਸ ਨੇ ਉਸ ਰਿਪੋਰਟ ਨੂੰ ਛਾਇਆ ਕੀਤਾ, ਜਨਤਕ ਕੀਤਾ। ਔਰ ਇਸ ਰਿਪੋਰਟ ਨੂੰ ਅਸੀਂ ਪੰਜਾਬ ਦੀ ਬਜਟ ਇਜਲਾਸ ਵਿੱਚ ਬਹੁਤ ਜ਼ੋਰਦਾਰ ਤਰੀਕੇ ਨਾਲ, ਇਕੱਲੇ ਅਸੀਂ ਨਹੀਂ, ਕਾਂਗਰਸ ਦੇ MLAs ਨੇ ਉੱਥੇ ਖੜੇ ਹੋ ਕੇ ਬਹੁਤ ਸ਼ੋਰ ਮਚਾਇਆ ਕਿ ਬਿਕਰਮ ਮਜੀਠੀਆ ਦਾ ਨਾਮ ਉਸ ਰਿਪੋਰਟ ਵਿੱਚ ਆ ਰਿਹਾ ਵਾ। ਕੋਈ ਛੋਟੀ ਮੋਟੀ ਰਿਪੋਰਟ ਨਹੀਂ ਗੀ, ਕੋਈ ਛੋਟੇ ਮੋਟੇ ਤੱਥ ਨਹੀਂ ਗੇ। ਜਿਹੜੇ ਇੰਟਰਨੈਸ਼ਨਲ ਡਰੱਗ ਕਾਰਟਲਸ ਆ, ਜਿਹਦੇ ਵਿੱਚ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਏਲੀਅਸ ਪਿੰਦੀ, ਉਹਨਾਂ ਇਲਜ਼ਾਮ ਲੱਗੇ ਨੇ ਬਿਕਰਮ ਤੇ ਕਿ ਜਦੋਂ ਉਹ ਕੈਨੇਡਾ ਤੋਂ ਆਉਂਦੇ ਸੀ, ਉਹ ਨਾ ਸਿਰਫ ਇਹਦੇ ਕੋਲ ਠਹਿਰਦੇ ਸੀ, ਲਾਲ ਬੱਤੀ ਗੱਡੀਆਂ ਜਾਂਦੇ ਸੀ ਜਾਂ ਇਹਨਾਂ ਦੇ ਸਿਕਿਉਰਿਟੀ ਯੂਜ਼ ਕਰਦੇ ਸੀ, ਬਲਕਿ ਬਿਕਰਮ ਮਜੀਠੀਆ ਉਹਨਾਂ ਨੂੰ ਸੂਡੋਫੈਡਰੀਨ ਜਿਹੜਾ ਕੈਮੀਕਲ ਹੈ ਜਿਹੜਾ ਚਿੱਟਾ ਬਣਾਉਣ ਵਿੱਚ ਕੰਮ ਆਉਂਦਾ, ਬਿਕਰਮਜੀਤ ਸਿੰਘ ਮਜੀਠੀਆ ਸੂਡੋਫੈਡਰੀਨ ਅਰੇਂਜ ਕਰਾਉਂਦਾ ਸੀ। ਜਿੱਥੇ ਝਗੜਾ ਹੋ ਜਾਂਦਾ ਸੀ ਉਹਨਾਂ ਦਾ, ਜਿਹੜੇ ਸੂਡੋਫੈਡਰੀਨ ਬਣਾਉਂਦੇ ਸੀ ਕੈਮੀਕਲ, ਚਾਹੇ ਉਹ ਜਗਜੀਤ ਸਿੰਘ ਚਾਹਲ ਸੀ, ਚਾਹੇ ਉਹ ਬਿੱਟੂ ਔਲਖ ਸੀ, ਚਾਹੇ ਕੋਈ ਅਮਰਿੰਦਰ ਸਿੰਘ ਲਾਡੀ ਸੀ, ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਉਹਨਾਂ ਨੂੰ ਸੂਡੋਫੈਡਰੀਨ ਮੁਹੱਈਆ ਕਰਾਉਂਦਾ ਸੀ ਬਿਕਰਮਜੀਤ ਸਿੰਘ ਮਜੀਠੀਆ। ਇਹਦੇ ਨਾਲ ਜ਼ਿਆਦਾ ਵੱਡੇ ਸੰਗੀਨ ਜਿਹੜੇ ਕਹਿੰਦੇ ਕਿ ਇਲਜ਼ਾਮ ਨਹੀਂ ਹੋ ਸਕਦੇ। ਇਹਦਾ ਮਤਲਬ ਹੈ ਕਿ ਡਰੱਗਸ ਨੂੰ ਪੰਜਾਬ ਵਿੱਚ ਬਣਾਉਣ ਵਾਸਤੇ ਬਿਕਰਮ ਮਜੀਠੀਆ ਫੈਸਿਲੀਟੇਟਰ ਦਾ ਰੋਲ ਅਦਾ ਕਰਦਾ ਸੀਗਾ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਇਲਜ਼ਾਮਾਂ ਤੇ, ਉਸ ਆਪਣੀ ਹੀ ਬਣਾਈ STF ਦੇ ਰਿਪੋਰਟ ਤੇ ਟੋਟਲ ਚੁੱਪੀ ਧਾਰੀ ਹੋਈ ਹੈ। ਨਾ ਵਿਧਾਨ ਸਭਾ ਦੇ ਵਿੱਚ ਸਾਡੀਆਂ ਗੱਲਾਂ ਦਾ ਜਵਾਬ ਦਿੱਤਾ, ਉਲਟਾ ਮੈਂ ਉਹਨਾਂ ਨੂੰ ਤੈਸ਼ ਵਿੱਚ ਆਉਂਦੇ ਦੇਖਿਆ। ਮੀਡੀਆ ਜਦੋਂ ਪੁੱਛਦੀ ਉਹਨਾਂ ਦੇ ਕਨੈਕਸ਼ਨਸ ਬਾਰੇ ਤਾਂ ਉਹ ਕਹਿੰਦੇ ਜੋ ਤੁਸੀਂ ਲਿਖਣਾ ਲਿਖ ਦਿਓ, ਮੈਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨੀ। ਇਸੇ ਤੇ ਡਰੱਗ ਕੇਸ ਦਾ ਜਿਹੜਾ ਉਸੇ ਹੀ ਬੈਂਚ ਵਿੱਚ ਨਾਲ ਤੁਲਕ ਰੱਖਦਾ, ਹਾਈ ਕੋਰਟ ਦੇ ਬੈਂਚ ਨਾਲ, ਜਿਹੜੀ SIT ਬਣਾਈ ਸੀਗੀ ਸਿਧਾਰਥ ਚਟੋਪਾਧਿਆ ਦੀ DGP ਦੀ ਲੈ ਕੇ, ਉਸ DGP ਨੇ ਜਿਹੜਾ ਇੱਕ ਐਫੀਡੇਵਿਟ ਫਾਈਲ ਕੀਤਾ ਕੋਰਟ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜਾ ਇੰਦਰਜੀਤ ਕਾਂਡ ਸੀ, ਜਿਹੜਾ ASI ਕੇ ਇੰਸਪੈਕਟਰ ਡਿਸਮਿਸ ਕੀਤਾ ਪੰਜਾਬ ਦੀ ਗਵਰਨਮੈਂਟ ਨੇ, ਉਸ ਕਾਂਡ ਦੇ ਨਾਲ ਮੋਗੇ ਦੇ SSP ਰਾਜਜੀਤ ਸਿੰਘ ਔਰ ਉੱਪਰ ਨੂੰ ਉਹਨਾਂ ਨੇ ਨਾਮ ਲਿਆ ਵਾ ਮੌਜੂਦਾ DGP ਪੰਜਾਬ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ DGP ਇੰਟੈਲੀਜੈਂਸ। ਇਹਨਾਂ ਲੋਕਾਂ ਦੇ ਉਸ ਰੈਕਟ ਦੇ ਨਾਲ ਤੁਲਕਾਤ ਸੀਗੇ। ਔਰ ਮੇਰਾ ਨਹੀਂ ਖਿਆਲ ਪੰਜਾਬ ਦੇ ਲੋਕ, ਜਦੋਂ ਪੰਜਾਬ ਸਰਕਾਰ ਨੇ ਜਿਹੜੀ ਉਹ ਸਾਰੀ ਤਹਿਕੀਕਾਤ ਸੀ ਇੰਦਰਜੀਤ ਤੇ ਹੀ ਠੱਪ ਕਰਤੀ, ਕੋਈ ਮੰਨਣ ਨੂੰ ਤਿਆਰ ਹੈ ਕਿ ਐਡੇ ਵੱਡੇ ਨਸ਼ੇ ਦੇ ਤਸਕਰੀ ਤੇ ਐਡੇ ਵੱਡੇ ਲੈਵਲ ਦੇ ਉੱਤੇ ਗੈਰ ਕਾਨੂੰਨੀ ਹਥਿਆਰ ਤੇ ਐਡੇ ਵੱਡੇ ਲੈਵਲ ਦੇ ਉੱਤੇ ਜਾਇਦਾਦਾਂ ਦਾ ਵੇਰਵਾ ਤੇ ਇਕੱਲਾ ਇੱਕ ASI ਕਿੰਗਪਿਨ ਸੀਗਾ ਉਹਦੇ ਵਿੱਚ? ਕੋਈ ਮੰਨਣ ਨੂੰ ਤਿਆਰ ਨਹੀਂ ਸੀ ਪੰਜਾਬ ਦੇ ਲੋਕ। ਔਰ ਉਸੇ ਨਾਲ ਤੁਲਕ ਰੱਖਣ ਵਾਲੀ ਰਿਪੋਰਟ ਜਿਹੜੀ ਆ ਉਹ ਚਟੋਪਾਧਿਆ ਨੇ ਹਾਈ ਕੋਰਟ ਵਿੱਚ ਨਸ਼ਰ ਕੀਤੀ ਹੈ। ਉੱਥੇ ਵੀ ਉਹੀ ਰੋਲ ਅਮਰਿੰਦਰ ਸਿੰਘ ਦਾ
ਜਿੱਦਾਂ ਵਿਕਰਮ ਮਜੀਠੀਆ ਨੂੰ ਬਚਾਇਆ ਜਾ ਰਿਹਾ, ਐਨ ਉਸੇ ਤਰ੍ਹਾਂ ਨਾਲ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਨੂੰ ਬਿਨਾਂ ਕਿਸੇ ਇਨਕੁਆਇਰੀ ਤੋਂ, ਬਿਨਾਂ ਕਿਸੇ ਜਾਂਚ ਤੋਂ ਕੈਪਟਨ ਅਮਰਿੰਦਰ ਸਿੰਘ ਕਲੀਨ ਚਿੱਟ ਦੇਣ ਤੇ ਉੱਤਰ ਆਏ। ਉਲਟਾ ਜਿਹੜੇ ਵਿਸਲ ਬਲੋਅਰਸ ਨੇ, ਜਿਨ੍ਹਾਂ ਲੋਕਾਂ ਨੇ ਆਣ ਕੇ ਸਾਰੀ ਨਸ਼ਿਆਂ ਦੀ ਤਸਕਰੀ ਦੇ ਤੱਥ ਲੋਕਾਂ 'ਚ ਲਿਆਂਦੇ, ਕਚਹਿਰੀ 'ਚ ਹਾਈ ਕੋਰਟ ਵਿੱਚ ਲੈ ਕੇ ਆਏ, ਉਹਨਾਂ ਨੂੰ ਇਨਡਿਸਿਪਲਿਨ ਦੇ ਨਾਮ ਦੇ ਉੱਤੇ ਡਰਾਇਆ ਜਾ ਰਿਹਾ ਵਾ। ਇਹ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਨਵੀਂ ਚਾਲ ਨਜ਼ਰ ਆ ਰਹੀ ਆ ਕਿ ਅਫਸਰਾਂ ਦਾ ਮੂੰਹ ਬੰਦ ਕਰਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਨਡਿਸਿਪਲਿਨ ਕਰ ਰਹੇ ਹੋ, ਤੁਸੀਂ ਇਹ ਸਾਰੇ ਤੱਥ ਤੁਹਾਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਉਣੇ ਚਾਹੀਦੇ ਸੀ, ਪਹਿਲਾਂ ਸਰਕਾਰ ਨੂੰ ਮਿਲਣਾ ਚਾਹੀਦਾ ਸੀਗਾ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ ਕਿ ਕੀ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਾਣਾ ਇਨਡਿਸਿਪਲਿਨ ਹੈ? ਉਹਨਾਂ ਨੇ ਚੱਟੋਪਾਧੀਆ ਨੂੰ ਇੱਕ ਡਿਊਟੀ ਲਾਈ ਗਈ ਸੀ ਬਤੌਰ SIT ਹੈਡ, ਉਸਨੇ ਆਪਣਾ ਐਫੀਡੇਵਿਟ ਹਾਈ ਕੋਰਟ ਦੇ ਵਿੱਚ ਫਾਈਲ ਕਰਤਾ। ਦੂਸਰਾ, ਚੱਟੋਪਾਧੀਆ ਦਾ ਮੂੰਹ ਬੰਦ ਕਰਾਉਣ ਵਾਸਤੇ ਇਹੀ ਸਾਰੀ ਪੁਲਿਸ ਜਿਹੜੀ ਤਿਕੜੀ ਹੈਗੀ ਆ, ਇਸ ਨੇ ਉਹਨੂੰ ਇੰਦਰਪ੍ਰੀਤ ਚੱਡਾ ਸੁਸਾਈਡ ਮਾਮਲੇ ਦੇ ਵਿੱਚ ਤਲਬ ਕਰਨਾ ਸ਼ੁਰੂ ਕਰਤਾ। ਤੁਹਾਨੂੰ ਸਾਰਿਆਂ ਨੂੰ ਪਤਾ, ਕਹਿਣ ਦੀ ਲੋੜ ਨਹੀਂ, ਪੰਜਾਬ ਪੁਲਿਸ ਦੀ ਰੈਪੂਟੇਸ਼ਨ ਬਹੁਤ ਬਦਲਾਖੋਰੀ ਨੂੰ ਲੈ ਕੇ, ਵੈਂਡੇਟਾ ਨੂੰ ਲੈ ਕੇ ਬਹੁਤ ਮਸ਼ਹੂਰ ਆ, ਸਾਰੇ ਦੇਸ਼ ਵਿੱਚ ਮਸ਼ਹੂਰ ਆ। ਔਰ ਉਹਨਾਂ ਨੇ ਚੱਟੋਪਾਧੀਆ ਨੂੰ ਉਸ ਕੇਸ ਵਿੱਚ ਇਨਵੋਲਵ ਕਰਨਾ ਸ਼ੁਰੂ ਕਰ। ਚੱਟੋਪਾਧੀਆ ਕੀ ਆਪਣੇ ਬਚਾਓ ਦੇ ਵਾਸਤੇ ਹਾਈ ਕੋਰਟ ਨਹੀਂ ਜਾ ਸਕਦਾ? ਕੀ ਲੀਗਲ ਰਿਕੋਰਸ ਨਹੀਂ ਲੈ ਸਕਦਾ? ਜਦ ਤਾਈਂ ਉਹ ਆਣ ਕੇ ਚੀਫ ਮਿਨਿਸਟਰ ਸਾਹਿਬ ਨੂੰ ਮਿਲਦਾ, ਉਦੋਂ ਨੂੰ ਤਾਂ ਉਹਨੂੰ ਫੜ ਕੇ ਅੰਦਰ ਦੇ ਦੇਣਾ ਸੀਗਾ। ਇਸ ਲਈ ਇਨਡਿਸਿਪਲਿਨ ਦੇ ਨਾਮ ਦੇ ਉੱਤੇ ਚੰਗੇ ਅਫਸਰਾਂ ਦਾ ਮੂੰਹ ਬੰਦ ਕਰਾਇਆ ਜਾ ਰਿਹਾ, ਉਹਨਾਂ ਨੂੰ ਡਰਾਇਆ ਜਾ ਰਿਹਾ, ਉਹਨਾਂ ਨੂੰ ਧਮਕਾਇਆ ਜਾ ਰਿਹਾ। ਇਹ ਮੈਂ ਸਮਝਦਾ ਕਿ ਸਰਾਸਰ ਇੱਕ ਦੋਗਲੀ ਨੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਦੂਸਰਾ ਮੈਂ ਕਹਿਣਾ ਚਾਹੁੰਦਾ, ਸਟੈਂਡਰਡਸ ਨਜ਼ਰ ਆ ਰਹੇ ਨੇ ਸਾਨੂੰ ਸਾਰੇ ਇੱਕ ਗੱਲ ਨੂੰ ਲੈ ਕੇ। ਦੇਖੋ, ਵਿਕਰਮ ਮਜੀਠੀਆ ਦੇ ਖਿਲਾਫ ਕਿੱਡੇ ਵੱਡੇ ਤਾਂ ਇਲਜ਼ਾਮ ਨੇ। ਜਗਦੀਸ਼ ਭੋਲਾ ਕਹਿ ਰਿਹਾ ਸੱਤਾ ਪਿੰਡਾਂ ਦੇ ਨਾਲ ਕਨੈਕਸ਼ਨਸ ਨੇ, ਜਗਜੀਤ ਚਾਲ ਬਿੱਟੂ ਔਲਖ ਦੇ ਨਾਲ ਕਨੈਕਸ਼ਨਸ ਨੇ, ਉਹਨੂੰ ਨਹੀਂ ਫੜ ਰਿਹਾ ਅਮਰਿੰਦਰ ਸਿੰਘ ਜੀ, ਕੋਈ ਇਨਕੁਆਇਰੀ ਨਹੀਂ ਕਰਨ ਨੂੰ ਤਿਆਰ। ਤੇ ਮੇਰੇ ਖਿਲਾਫ ਕੱਖ ਵੀ ਨਹੀਂ ਸੀਗਾ। 2015 ਦਾ ਮਹਿਜ਼ ਆਪਣੇ ਇਲਾਕੇ ਦਾ ਕੋਈ ਆਦਮੀ ਫੜਿਆ ਗਿਆ, ਉਹਦੇ ਪਰਿਵਾਰ ਦੇ ਨਾਲ ਟੈਲੀਫੋਨਾਂ ਦੇ ਉੱਤੇ ਗੱਲ ਕੀਤੀ, ਜਿਹਦੇ ਤੇ ਅਕਾਲੀਆਂ ਨੇ ਪੂਰਾ ਜ਼ੋਰ ਲਾ ਲਿਆ, SIT ਬਿਠਾਤੀ, ਉਹ ਵੀ ਕੁਝ ਨਹੀਂ ਕਰ ਸਕੇ। ਲੇਕਿਨ ਅਮਰਿੰਦਰ ਸਿੰਘ ਮੇਰੇ ਖਿਲਾਫ ਸੁਪਰੀਮ ਕੋਰਟ ਆਫ ਇੰਡੀਆ ਤੱਕ ਪਹੁੰਚੇ ਹੋਏ ਨੇ। ਮੁਕਲ ਰੋਹਤਗੀ ਜਿਹੜਾ 25 ਲੱਖ ਰੁਪਇਆ ਇੱਕ ਦਿਨ ਦੀ ਫੀਸ ਲੈਂਦਾ, ਅਮਰਿੰਦਰ ਸਿੰਘ ਨੇ ਪਰਸਨਲੀ ਟੈਲੀਫੋਨ ਕਰਕੇ ਮੁਕਲ ਰੋਹਤਗੀ ਨੂੰ ਮੇਰੇ ਖਿਲਾਫ ਉੱਥੇ ਖੜਾ ਕੀਤਾ ਹੋਇਆ। ਜਿਹੜਾ ਆਦਮੀ ਪਿਛਲੇ 20 ਸਾਲ ਤੋਂ ਕਰਪਸ਼ਨ ਤੇ ਡਰੱਗਸ ਦੇ ਖਿਲਾਫ ਜਦੋਜਹਿਦ ਕਰ ਰਿਹਾ ਵਾ, ਉਹਦੇ ਖਿਲਾਫ ਨਸ਼ੇ ਦੀ ਤਸਕਰੀ ਤੇ ਨਸ਼ੇ ਦੇ ਕੇਸ ਦਾ ਝੂਠਾ ਇਲਜ਼ਾਮ ਲਾ ਕੇ ਤੇ ਮੇਰੇ ਖਿਲਾਫ ਕਾਰਵਾਈ ਕੀਤੀ ਜਾ ਰਹੀ। ਔਰ ਬਾਦਲਾਂ ਨੂੰ ਬਚਾਉਣ ਵਾਸਤੇ, ਮਜੀਠੀਆ ਨੂੰ ਬਚਾਉਣ ਵਾਸਤੇ, DGP ਅਰੋੜੇ ਵਰਗਿਆਂ ਨੂੰ ਬਚਾਉਣ ਵਾਸਤੇ ਅਮਰਿੰਦਰ ਸਿੰਘ ਕਹਿੰਦੇ ਨੇ ਬਦਲਾ ਨਹੀਂ ਬਦਲਾਵ ਦੀ ਨੀਤੀ ਕਰੇਗੀ ਪੰਜਾਬ। ਮੈਂ ਅਮਰਿੰਦਰ ਸਿੰਘ ਜੀ ਨੂੰ ਕਹਿਣਾ ਚਾਹੁੰਦਾ, ਬਦਲਾਖੋਰੀ ਕਿਸ ਨੂੰ ਕਹਿੰਦੇ ਨੇ? ਜਦੋਂ ਤੁਸੀਂ ਮੇਰੇ ਵਰਗੇ ਇੱਕ ਬੇਗੁਨਾਹ ਬੰਦੇ ਨੂੰ ਜਾਂ ਚੱਟੋਪਾਧੀਏ ਵਰਗੇ ਬੇਗੁਨਾਹ ਬੰਦੇ ਨੂੰ ਕਿਸੇ ਝੂਠੇ ਮਾਮਲੇ ਵਿੱਚ ਫਸਾਓਗੇ ਜਾਂ ਕਿਸੇ ਵੀ ਸੱਚੇ ਬੰਦੇ ਨੂੰ ਕਿਸੇ ਝੂਠੇ ਕੇਸ 'ਚ ਫਸਾਓਗੇ, ਉਸ ਨੂੰ ਕਹਿੰਦੇ ਨੇ ਪੋਲੀਟੀਕਲ ਵੈਂਡੇਟਾ, ਬਦਲਾਖੋਰੀ। ਬਾਦਲਾਂ ਵਰਗੇ ਲੋਕ ਜਿਨ੍ਹਾਂ ਨੇ 10 ਸਾਲ ਇਸ ਸੂਬੇ ਨੂੰ ਲੁੱਟਿਆ, ਕੀ 7 ਸਟਾਰ ਹੋਟੇਲਸ, ਕੀ ਵੱਡੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ, ਕੀ ਰੀਅਲ ਏਸਟੇਟ ਦੇ ਧੰਦੇ, ਕੀ ਟੈਲੀਵਿਜ਼ਨ ਨੈਟਵਰਕ, ਜਿਨ੍ਹਾਂ ਦੀਆਂ ਸੰਪਤੀਆਂ ਪਿਛਲੇ ਥੋੜੇ ਸਮੇਂ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਤੇ ਚਲੇ ਗਈਆਂ, ਉਹਨਾਂ ਦੇ ਖਿਲਾਫ ਜਾਂਚ ਕਰਾਉਣ ਨੂੰ ਬਦਲਾਖੋਰੀ ਨਹੀਂ ਕਹਿੰਦੇ ਅਮਰਿੰਦਰ ਸਿੰਘ ਜੀ। ਇਸ ਚਿੱਠੀ ਵਿੱਚ ਲਿਖਿਆ ਮੈਂ, ਉਸ ਨੂੰ ਕਹਿੰਦੇ ਆ ਪੰਜਾਬ ਲਈ ਇਨਸਾਫ ਦੇਣਾ। ਕਿਉਂਕਿ ਅਗਰ ਤੁਸੀਂ ਤਾਕਤਵਰ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਨਸੀਹਤ ਹੁੰਦੀ ਆ ਕਿ ਤੁਸੀਂ ਆਪਣੇ ਪੰਜਾਬ ਨੂੰ ਲੁੱਟ ਨਹੀਂ ਸਕਦੇ, ਜਿੱਦਾਂ ਬਾਦਲਾਂ ਨੇ ਤੇ ਮਜੀਠੀਆ ਨੇ 10 ਸਾਲ ਸਾਡੇ ਪੰਜਾਬ ਨੂੰ ਲੁੱਟਿਆ ਵਾ। ਉਸ ਨੂੰ ਕਹਿੰਦੇ ਨੇ ਇਨਸਾਫ ਪਸੰਦੀ ਦਾ ਰਾਹ। ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਦੀ ਦੋਹਰੀ ਜਿਹੜੀ ਨੀਤੀ ਆ ਕਿ ਆਪਣੇ ਹੀ ਬਣਾਏ ਹੋਏ ਅਫਸਰ ਨੂੰ ਮੈਂ ਨਸ਼ਿਆਂ ਦੇ ਉੱਤੇ ਆ ਕੇ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਸੰਜੀਦਗੀ ਕਿੱਥੋਂ ਨਜ਼ਰ ਆਉਂਦੀ ਆ। ਜਿਹੜੇ ਅਫਸਰ ਤੇ ਭਰੋਸਾ ਕਰਕੇ STF ਦਾ ਹੈੱਡ ਬਣਾਇਆ, ਉਹਦੇ ਹੀ ਪਰ ਕੁਤਰ ਦਿੱਤੇ ਨੇ। ਹੁਣ ਆਪਣੇ DGP ਨੂੰ ਬਚਾਉਣ ਵਾਸਤੇ, ਆਪਣੇ ਅਫਸਰਾਂ ਨੂੰ ਬਚਾਉਣ ਵਾਸਤੇ, ਵਿਕਰਮ ਮਜੀਠੀਆ ਨੂੰ ਬਚਾਉਣ ਵਾਸਤੇ ਆਪਣੇ ਬਣਾਏ ਅਫਸਰ ਦੇ ਪਰ ਕੁਤਰ ਦਿੱਤੇ। ਪਹਿਲਾਂ ਹਰਪ੍ਰੀਤ ਸਿੰਘ ਸਿੱਧੂ ਰਿਪੋਰਟ ਕਰਦਾ ਸੀ ਸਿੱਧਾ ਚੀਫ ਮਿਨਿਸਟਰ ਪੰਜਾਬ ਨੂੰ, ਲੇਕਿਨ ਹੁਣ ਨਵੇਂ ਆਰਡਰਸ ਪਾਸ ਕੀਤੇ ਗਏ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜਾ ਹੈ ਉਹ ਰਿਪੋਰਟ ਕਰੇਗਾ ਪੰਜਾਬ ਦੇ ਉਸੇ DGP ਨੂੰ ਜਿਹੜੇ DGP ਦੇ ਇਲਜ਼ਾਮ ਲੱਗੇ ਹੋਏ ਨੇ। ਇੱਥੇ ਬਸ ਨਹੀਂ, ਜਿਹੜਾ ਉਹਨਾਂ ਦੇ ਕੋਲ ਐਡੀਸ਼ਨਲ ਚਾਰਜ ਸੀਗਾ ਬਾਰਡਰ ਰੇਂਜ ਦਾ, ਉਹ ਵੀ ਉਹਨਾਂ ਤੋਂ ਖੋਹ ਲਿਆ ਗਿਆ ਵਾ। ਔਰ ਇਹ ਬਾਰਡਰ ਦੇ ਉੱਤੇ ਜਿਹੜੀ ਸਮਗਲਿੰਗ ਹੁੰਦੀ, ਜੋ ਪਾਕਿਸਤਾਨ ਤੋਂ ਸਾਰੇ ਡਰੱਗਸ ਆਉਂਦੇ ਨੇ, ਉਹ ਵੀ ਚਾਰਜ ਉਹਨਾਂ ਕੋਲ ਖੋਹ ਲਿਆ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਇੱਛਾ ਸ਼ਕਤੀ ਨਹੀਂ ਗੀ ਹੁਣ, ਨਾ ਨਸ਼ੇ ਨੂੰ ਲੜਨ ਵਾਸਤੇ, ਨਾ ਭ੍ਰਿਸ਼ਟਾਚਾਰ ਨੂੰ ਲੜਨ ਵਾਸਤੇ। ਹਾਂ,
ਉਹ ਸਿਲੈਕਟਿਵਲੀ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਟਾਰਗੇਟ ਕਰਨਾ ਜਾਣਦੇ ਨੇ। ਉਹ ਖੈਰੇ ਨੂੰ ਟਾਰਗੇਟ ਸਬਕ ਸਿਖਾਉਣਾ ਜਾਣਦੇ ਨੇ, ਉਹ ਚੱਟੋਪਾਧੀਆਂ ਨੂੰ ਸਬਕ ਸਿਖਾਉਣ ਜਾਣਦੇ ਨੇ, ਤੇ ਜੇ ਲੋੜ ਪਈ ਤੇ ਹਰਪ੍ਰੀਤ ਸਿੰਘ ਸਿੱਧੂ ਨੂੰ ਸਬਕ ਸਿਖਾਉਣਾ ਵੀ ਜਾਣਦੇ ਨੇ। ਲੇਕਿਨ ਗੁਨਾਹਗਾਰਾਂ ਦੇ ਖਿਲਾਫ ਲੜਨ ਵਾਸਤੇ ਉਹਨਾਂ ਵਿੱਚ ਨਾ ਦਮ ਆ, ਨਾ ਇੱਛਾ ਸ਼ਕਤੀ ਆ, ਨਾ ਹਿੰਮਤ ਆ। ਇਸ ਲਈ ਮੈਂ ਉਹਨਾਂ ਨੂੰ ਅਖੀਰ ਸਲਾਹ ਦਿੱਤੀ ਆ ਕਿ ਇੱਕ ਵਾਰ ਤੁਹਾਨੂੰ ਫਿਰ ਸਹੁੰ ਚੁੱਕਣੀ ਪਵੇਗੀ, ਉੱਥੇ ਹੀ ਜਾ ਕੇ ਤਲਵੰਡੀ ਸਾਬੋ ਵੱਲ ਮੂੰਹ ਕਰਕੇ, ਔਰ ਉਸ ਸਹੁੰ ਐਤਕੀ ਤੁਹਾਨੂੰ ਇਹ ਚੁੱਕਣੀ ਪਵੇਗੀ ਕਿ ਵਾਹਿਗੁਰੂ ਪ੍ਰਮਾਤਮਾ ਮੈਨੂੰ ਪਹਿਲੀ ਝੂਠੀ ਖਾਧੀ ਹੋਈ ਸਹੁੰ ਦੀ ਮਾਫੀ ਦੇ ਤੇ ਮੈਨੂੰ ਹਿੰਮਤ ਬਖਸ਼ ਕੇ ਮੈਂ ਲੋਕਾਂ ਦੇ ਸਾਹਮਣੇ ਸੱਚ ਬਿਆਨ ਕਰ ਸਕਾਂ ਤੇ ਪੰਜਾਬ ਦੇ ਲੋਕਾਂ ਕੋਲੋਂ ਵੀ ਮਾਫੀ ਮੰਗੋ ਕਿ ਜਿਹੜਾ ਤੁਸੀਂ 4 ਹਫ਼ਤਿਆਂ 'ਚ ਕਿਹਾ ਸੀਗਾ ਕਿ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ, ਉਹ ਨਸ਼ਾ ਮੁਕਤ ਨਹੀਂ। ਅੱਜ ਪੰਜਾਬ ਦੇ ਵਿੱਚ ਨਸ਼ਾ, ਮੇਰਾ ਇਲਜ਼ਾਮ ਆ, ਜਿਉਂ ਦਾ ਤਿਉਂ ਆ, ਇਕੱਲਾ ਮੇਰਾ ਇਲਜ਼ਾਮ ਨਹੀਂਗਾ। ਸੁਖਜੀਤ ਸਿੰਘ ਧਮਾਨ ਕਾਂਗਰਸ ਦੇ MLA, ਅਨੇਕਾਂ ਕਾਂਗਰਸ ਦੇ ਲੋਕ ਪ੍ਰਾਈਵੇਟ ਕਨਵਰਸੇਸ਼ਨ ਵਿੱਚ ਮੰਨਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਜਿਉਂ ਦੀ ਤਿਉਂ ਚੱਲ ਰਹੀ ਆ। ਹਰ ਕਿਸਮ ਦਾ ਨਸ਼ਾ ਟੈਲੀਫੋਨ ਦੇ ਉੱਤੇ ਔਨ ਆਰਡਰ, ਜਿੱਦਾਂ ਕੋਈ ਪੀਜ਼ਾ ਮੰਗਵਾਉਣਾ ਹੁੰਦਾ ਲੋਕਾਂ ਨੇ, ਇੱਦਾਂ ਘਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਬਹੁਤ ਬੁਰੀ ਤਰ੍ਹਾਂ ਨਾਲ ਉਸ ਗੱਲ ਤੇ ਫੇਲ ਹੋਏ। ਕਰਪਸ਼ਨ ਨੂੰ ਲੈ ਕੇ ਮੈਂ ਕਹਿਣਾ ਚਾਹੁੰਦਾ ਕਿ ਜਸਟਿਸ ਨਾਰੰਗ ਦੀ ਰਿਪੋਰਟ ਬਾਰੇ ਅੱਜ ਤੱਥ ਪੇਸ਼ ਹੋਏ ਨੇ ਕਿ ਉਹਨਾਂ ਨੇ ਜਿਹੜਾ 5 ਕਰੋੜ ਰੁਪਈਆ ਗੁਰਿੰਦਰ ਠੇਕੇਦਾਰ ਤੋਂ ਰਾਣੇ ਗੁਰਜੀਤ ਨੇ ਲਿਆ ਸੀ ਬਤੌਰ ਰਿਸ਼ਵਤ, ਇਕੱਲਾ 5 ਕਰੋੜ ਨਹੀਂ ਸੀ ਲਿਆ, 10 ਕਰੋੜ ਉਸ ਤੋਂ ਬਾਅਦ ਹੋਰ ਲਿਆ ਗਿਆ ਵਾ। ਉਹ ਕੋਈ ਜਾਂਚ ਹੀ ਉਸ ਨੂੰ ਬੇਨਕਾਬ ਕਰ ਸਕਦੀ ਹੈ। ਲੇਕਿਨ ਅਮਰਿੰਦਰ ਸਿੰਘ ਕਿਸੇ ਤਰ੍ਹਾਂ ਦੀ ਜਾਂਚ ਆਪਣੇ ਚਹੇਤਿਆਂ ਦੇ ਖਿਲਾਫ, ਗੈਰ ਕਾਨੂੰਨੀ ਮਾਈਨਿੰਗ ਸਕੈਂਡਲ, ਖੱਡਾਂ ਨੂੰ ਲੈ ਕੇ ਹਰਗਿਜ਼ ਕਰਨ ਨੂੰ ਤਿਆਰ ਨਹੀਂ ਗਏ, ਜਿਸ ਤੇ ਮੈਂ ਸਮਝਦਾ ਕਿ ਇੱਕ ਇਮੀਡੀਏਟਲੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਕਿਸ ਤਰ੍ਹਾਂ ਰਾਣੇ ਗੁਰਜੀਤ ਨੇ 5 ਕਰੋੜ ਰੁਪਈਆ ਪਹਿਲਾਂ ਤੇ 10 ਕਰੋੜ ਰੁਪਇਆ, ਮੇਰਾ ਇਲਜ਼ਾਮ ਹੈ ਕਿ 10 ਕਰੋੜ ਬਾਅਦ 'ਚ ਵੀ ਲਿਆ, ਔਰ ਵੱਡੀਆਂ ਪੇਮੈਂਟਾਂ ਗੁਰਿੰਦਰ ਠੇਕੇਦਾਰ ਦੀਆਂ ਜਿਹਨੇ 1000 ਕਰੋੜ ਰੁਪਏ ਦਾ ਧੋਖਾ ਕੀਤਾ ਪੰਜਾਬ ਸਰਕਾਰ ਨਾਲ, ਉਹਦੀ ਕੰਪਨੀਆਂ ਨੂੰ ਬਾਅਦ ਵਿੱਚ ਪੈਸੇ ਰਿਲੀਜ਼ ਕੀਤੇ ਨੇ। ਸੋ ਅੱਜ ਕੀ ਆ, ਮੈਨੂੰ ਆਸ ਹੈ ਕਿ ਜੇ ਅਗਰ ਉਹਨਾਂ ਵਿੱਚ ਕੋਈ ਆਤਮਾ ਬਕਾਇਆ ਹੈ ਤਾਂ ਡੈਫੀਨੇਟਲੀ ਉਸ ਆਤਮਾ ਨੂੰ ਉਹ ਝੰਜੋੜਨਗੇ ਤੇ ਪੁੱਛਣਗੇ ਕਿ ਮੈਂ ਝੂਠੀ ਸਹੁੰ ਪੰਜਾਬ ਦੇ ਲੋਕਾਂ ਨਾਲ ਠੋਕੀ। ਆਈ ਥਿੰਕ that Captain Amarinder Singh has got a deep political understanding with the Badal family, because both the families have looted Punjab for the last 2 to 3 decades. Badals have been at the top helm of affairs in the Akali Dal. Amarinder Singh has been at the helm of affairs in Congress. And whenever they got the chance to form governments, both of the families have looted Punjab rampantly. So now there's an understanding that let's not get into any sort of inquiries or investigations against each other. And the Badals did so as per that understanding, quid pro quo. The Badals, before leaving power in Punjab in 2016, they filed cancellation reports in Ludhiana City Centre, 1100 crore rupees scandal, and also filed cancellation report in the Amritsar Improvement Trust. So in lieu of that, now Amarinder Singh is saving Majithia, is saving Badals. He has not ordered a single inquiry against the illegitimate building of hotels and the roads leading to the hotel in New Chandigarh of the Badal family. Hasn't ordered any inquiry against the illegitimate transport business of the Badal family, and of course the cable and television network of the family, and of course the thousands crores of worth ill-gotten wealth. And neither is he prepared to investigate Bikram Majithia as far as the drugs are concerned. So I would say that they are in a very deep understanding, and it's a proper quid pro quo between the Badal and Captain Amarinder Singh. का पुराना समझौता हो चुका है, क्योंकि इन्हीं परिवारों ने पंजाब को पिछले 2-3 दहाकों से लूटा है। और बादल जाने से पहले अमरिंदर सिंह के खिलाफ 2 बड़े मुकदमे थे, जो लुधियाना सिटी सेंटर स्कैंडल 1100 करोड़ रुपए का लूट का, अमृतसर इंप्रूवमेंट ट्रस्ट, उसमें कैंसिलेशन रिपोर्ट फाइल करके गए। और अब अमरिंदर सिंह उसकी इव्ज में बादलों को भी बचा रहे हैं, मजीठिया को ड्रग्स केस भी बचा रहे हैं। सो इन दोनों का आपस में पूरा एक गहरा रिश्ता बन चुका है। इनके अमरिंदर सिंह के होते हुए ना बादल के खिलाफ जांच होगी और ना मजीठिया के खिलाफ जांच होगी। इसलिए आज हमने ये ओपन लेटर लिख करके अमरिंदर सिंह की आत्मा को कुछ सवाल पूछे हैं। सर, जो पंजाब पुलिस में चल रहा है, जिस तरह से आज कैप्टन अमरिंदर सिंह मीटिंग ले रहे हैं, चट्टोपाध्याय ने जो आरोप लगाए हैं, उस पर क्या कहना है? ये मैंने कैप्टन अमरिंदर सिंह की जो दलील है इनडिसिप्लिन की, ये असल में उन अफसरों के मुंह बंद कराना चाहते हैं डरा करके, जो लोग विसल ब्लोज हैं, जो पुलिस की अंदर की गंदगी, उनके जो कनेक्शंस हैं ड्रग माफिया के साथ, उनको बाहर लेकर आना चाहते हैं। इनडिसिप्लिन के नाम पर चट्टोपाध्याय हो या हरप्रीत सिद्धू हो, उनको डरा रहे हैं।
क्योंकि अमरिंदर सिंह को पता है कि अगर जांच हुई तो जो इंद्रजीत जो डिसमिस किया एक इंस्पेक्टर है पंजाब पुलिस का, उसके साथ सुरेश अरोड़ा और दिनकर गुप्ता की कनेक्शंस की जो पोल खुल जाएगी। और कहीं ना कहीं इस सब के बाद अमरिंदर सिंह की तरफ भी जो इशारे जाने लग गए हैं, चाहे वो माइनिंग स्कैंडल था, 8-9 महीने उसने अपने आप ने राणा गुरजीत को बचाया और पंजाब के लोगों को शुबा हुआ कि कहीं माइनिंग से पैसे चीफ मिनिस्टर को तो नहीं जा रहे। अब ड्रग्स के ऊपर सबको बचा रहे हैं, मजीठिया समेत पुलिस ऑफिसर्स को। तो पंजाब के लोगों को शुबा है कि कहीं ड्रग्स का पैसा कैप्टन साहब के घर वहीं तो नहीं पहुंच रहा, वरना एक चीफ मिनिस्टर करप्ट आदमियों को और जिनके कनेक्शन माफिया लोगों के साथ उनको क्यों बचाएंगे। दिस आई फेल टू अंडरस्टैंड। इस तरह का जो वातावरण आज पंजाब में हो रखा है। इनडिसिप्लिन क्या है इसमें? हाई कोर्ट जाना इनडिसिप्लिन है क्या? अपने आप को किसी बदलाखोरी के मामले में जाकर प्रिवेंटिव रिलीफ मांगना इनडिसिप्लिन है क्या? जब तक अमरिंदर सिंह चट्टोपाध्याय को मिलेंगे तब तक तो उसको इंद्रप्रीत चड्ढा के केस में उन्होंने जेल में ठोक देना था। तो मैं समझता हूं कि उसने ठीक किया जो हाईकोर्ट गए, और हाईकोर्ट ने ठीक किया जो उसके खिलाफ प्रोसीडिंग्स थी उनको स्टे किया, उसको इंसाफ दिया। हाईकोर्ट जो पंजाब हरियाणा का है वो हमारा हाईकोर्ट है, वो पाकिस्तान का हाईकोर्ट थोड़ा है। जो अमरिंदर सिंह बोल रहे हैं कि वो इनडिसिप्लिन कर रहे हैं, वो बिल्कुल सरासर गलत बात है। इनफैक्ट ये इनडिसिप्लिन की आड़ में अच्छे ऑफिसर्स का मुंह बंद कराना चाहते हैं अमरिंदर सिंह। सर एक प्रोटोकॉल तोड़ दिया उन्होंने, एक नया ट्रेंड शुरू हो गया कि आप सीएम के पास नहीं जाएंगे, आप सीधा हाईकोर्ट में पिटीशन सीएम तो मिल ही नहीं सकता। चट्टोपाध्याय अगर चाहें भी तो चीफ मिनिस्टर उनको मिल सकता है क्या? और दूसरी बात है कि चट्टोपाध्याय को लगाया किसने है? चट्टोपाध्याय को सिट का इंचार्ज हाईकोर्ट ने बनाया है, तो सिट का इंचार्ज हाईकोर्ट को रिपोर्ट देगा कि पहले चीफ मिनिस्टर को रिपोर्ट देगा? इसलिए उन्होंने, मैं समझता हूं कि कोई इनडिसिप्लिन नहीं किया। ये अमरिंदर सिंह एक छड़ी की तरह इनडिसिप्लिन को यूटिलाइज करके उनका मुंह बंद कराना चाहते हैं। नहीं ਅੱਜ ਦੀ ਡੇਟ ਵਿੱਚ ਉਹ ਛੋਟਾ ਇਸ਼ੂ ਹੈਗਾ। ਜਿਹੜਾ ਮੇਨ ਇਸ਼ੂ ਆ, ਆਈ ਵਾਂਟ ਟੂ ਫੋਕਸ ਅੱਛਾ ਉਹਦੇ ਬਾਰੇ ਮੈਂ ਜਦੋਂ ਕੋਈ ਸਹੀ ਹੋਊਗਾ ਖੁਲਾਸਾ ਕਰੂੰਗਾ। ਲੇਕਿਨ ਅੱਜ ਜਿਹੜਾ ਇਹਨਾਂ ਦਾ ਆਪਸ ਵਿੱਚ ਸੰਧੀ ਆ, ਉਹ ਆ ਜਿਹੜੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਲੈ ਕੇ ਹੈਗਾ ਕਿ ਤੁਸੀਂ ਸਾਡੇ ਖਿਲਾਫ ਇਨਕੁਆਇਰੀ ਨਾ ਕਰਿਓ, ਅਸੀਂ ਤੁਹਾਡੇ ਖਿਲਾਫ ਇਨਕੁਆਇਰੀ ਨਹੀਂ ਕਰਾਂਗੇ। ਛੋਟੇ ਛੋਟੇ ਜੇਈ ਫੜ ਲਏ, ਪਟਵਾਰੀ ਫੜ ਲਏ, ਹੌਲਦਾਰ ਫੜ ਲਏ, ਇਹਦੇ ਨਾਲ ਪੰਜਾਬ ਦੇ ਵਿੱਚ ਨਾ ਤਾਂ ਭ੍ਰਿਸ਼ਟਾਚਾਰ ਮੁੱਕੇਗਾ ਤੇ ਛੋਟੇ ਛੋਟੇ ਪੈਟੀ ਸਮਗਲਰਸ ਗ੍ਰਾਮ ਦੋ ਦੇ ਫੜ ਕੇ ਨਾ ਇਸ ਨਾਲ ਪੰਜਾਬ ਦੇ ਵਿੱਚ ਨਸ਼ੇ ਮੁੱਕ ਸਕਦੇ। ਨਸ਼ੇ ਉਦੋਂ ਮੁੱਕਣਗੇ ਜਿੱਦਣ ਤੁਸੀਂ ਕਿਸੇ ਤਾਕਤਵਰ ਬੰਦੇ ਨੂੰ ਫੜ ਕੇ ਅੰਦਰ ਦਿਓਗੇ ਤਾਂ ਸੁਣਿਆ ਦਿਓਗੇ ਕਿ ਹਾਂ ਆਈ ਮੀਨ ਬਿਜ਼ਨਸ ਐਂਡ ਨੋਬਡੀ ਇਨ ਪੰਜਾਬ ਵੁੱਡ ਬੀ ਅਲਾਉਡ ਟੂ ਡੂ ਡਰਗ ਟ੍ਰੈਫਿਕਿੰਗ। That is what the message should have gone from the Chief Minister, not this weak and a meek and a cowardly message that Amrinder Singh is trying to send by defending people like Majithia and also defending his police officers who are connected with the drug mafia in Punjab. हम जा रहे हैं कल परसों तलवंडी साबो। आम आदमी पार्टी की पूरी लीडरशिप वहाँ पर तलवंडी साबो के दमदमा साहब के तख्त पर नतमस्तक होगी। हम वहाँ रैली वगैरह नहीं करेंगे, लेकिन एक प्रण लेंगे कि पंजाब को नशा मुक्त भी करेंगे और पंजाब को करप्शन फ्री स्टेट भी बनाने का प्रण लेंगे। और उसके तहत आफ्टर ड्यू डिलीजेंस हम आने वाले दिनों में पंजाब के मुख्यमंत्री का घेराव का प्रोग्राम पंजाब के लोगों को देंगे, ताकि उन पर दबाव डाला जाए कि वो गलत लोगों के खिलाफ कार्रवाई शुरू करें। अगर तो पहले कार्रवाई कर दी 13 तारीख है जी। व्हाट इज द साहब एक सवाल आपकी पार्टी के इंटरनल जो कुछ था, क्या भगवंत मान और अमन अरोड़ा अभी भी अपने पदों पर हैं या नहीं, इस्तीफे मंजूर हुए हैं नहीं हुए? दिस आई थिंक दिस क्वेश्चन शुड बी डायरेक्टेड टू देम। वो बता सकेंगे कि उनके रेजिग्नेशंस के ऊपर उनका क्या स्टैंड है। आई एम नॉट अवेयर ऑफ दिस। हाई कमान ने अरविंद केजरीवाल ने एक्सेप्ट किया? मेरे को नहीं मालूम, आई डोंट नो। मतलब अभी पद पर है या नहीं ये तो बता सकते हैं आप? आई डोंट नो। साहब में इतना बड़ा प्रोग्राम कर रहे हैं तो वहां रहेंगे तो आएंगे जरूर, हमारी पार्टी के मेंबर्स हैं, लेकिन उनके इस्तीफे का क्या हुआ, आई एम नॉट अवेयर ऑफ दैट। देखो बड़ी इंटरेस्टिंग गल है कि ऑपोजिशन का मतलब की ਹੁੰਦਾ ਲੋਕਤੰਤਰ ਦੇ ਅੰਦਰ ਤੁਹਾਨੂੰ ਹੀ ਨਹੀਂ ਪਤਾ ਤੁਹਾਡੇ ਲੀਡਰ ਮਨੇ ਦਾ ਮਤਲਬ ਤੁਹਾਡਾ ਤਾਲਮੇਲ ਹੀ ਨਹੀਂ ਹੈਗਾ। ਦੂਜੀ ਗੱਲ ਇਹ ਹਰ ਵਾਰ ਇਹ ਹੁੰਦਾ ਤੁਸੀਂ ਪ੍ਰੈਸ ਨੋਟ ਜਾਰੀ ਕਰ ਦਿੰਦੇ ਹੋ, ਤੁਹਾਨੂੰ ਪ੍ਰੈਸ ਨੋਟ ਲੀਡਰ ਵੀ ਕਿਹਾ ਜਾਂਦਾਗਾ, ਤੁਸੀਂ ਪ੍ਰੈਸ ਨੋਟ ਜਾਰੀ ਕਰਦੇ ਹੋ, ਤੁਹਾਡੀ ਪਾਰਟੀ ਦੇ ਲੀਡਰ ਅਮਨ ਅਰੋੜਾ ਹੋਰ ਪ੍ਰੈਸ ਕਾਨਫਰੰਸਾਂ ਕਰ ਦਿੰਦੇ ਨੇ। ਆਪੋਜੀਸ਼ਨ ਕਿਸ ਕੰਮ ਲਈ ਹੁੰਦੀ ਹੈ ਕਿ ਇੰਨੇ ਦਿਨ ਹੋ ਗਏ ਇਸ ਮਸਲੇ ਨੂੰ
ਕਿੱਥੇ ਤੁਸੀਂ ਪੰਜਾਬ ਦੀਆਂ ਸੜਕਾਂ ਤੇ ਦਿਸੋ, ਕਿੱਥੇ ਹੈੱਡਕੁਆਟਰਾਂ ਤੇ ਹੋ? ਚਲੇ ਜਾਵਾਂਗੇ, ਤੁਸੀਂ ਕੋਈ ਕੀ ਨਹੀਂ, ਕੀਤਾ ਹਾਲੇ ਕੁਝ ਨਹੀਂ ਹੋਇਆ। ਸਟੇਟਮੈਂਟਾਂ ਤੋਂ ਬਿਨਾਂ ਕੁਝ ਕੀਤਾ ਕਿਸੇ ਮਸਲੇ ਤੁਸੀਂ? ਹਲੇ ਬਹੁਤ ਕੁਝ ਸਮਾਂ ਸਾਡੇ ਕੋਲ ਬਕਾਇਆ ਵਾ। ਹਲੇ STF ਦੀ ਰਿਪੋਰਟ ਕੱਲ ਜੀ ਤੋਂ ਛਾਇਆ ਹੋਈ ਹੈ, ਉਸ ਤੋਂ ਪਹਿਲਾਂ ਸਿਲੈਕਟਿਵਲੀ ਲੀਕ ਹੋਈ ਹੈ, ਔਰ ਪੁਲਿਸ ਆਫਸਰਸ ਦਾ ਮਾਮਲਾ ਚੰਦ ਦਿਨ ਪਹਿਲਾਂ ਆਈ ਹੈ ਜੀ, 15-20 ਦਿਨ ਪਹਿਲਾਂ ਚੰਦ ਦਿਨ ਪਹਿਲਾਂ ਆਈ ਹੈ। ਸਾਡੀ ਪਾਰਟੀ ਨੇ ਅਸੀਂ ਆਪਣਾ ਤੁਹਾਨੂੰ ਦੱਸਿਆ ਕਿ ਦਮਦਮਾ ਸਾਹਿਬ ਤੇ ਮੱਥਾ ਟੇਕ ਕੇ ਐਕਸ਼ਨ ਪ੍ਰੋਗਰਾਮ ਪੰਜਾਬ ਵਿੱਚ ਛੇਤੀ ਰਿਲੀਜ਼